ਸਤ ਗੁਰਮਤਿ ਗਿਆਨ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਤੇ ਸਤਿਕਾਰ ਦੇ ਨਾਲ ਪ੍ਰਵਾਨ ਹੋਵੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਮੈਂ ਗੱਲ ਕਰਨ ਦੀ ਕੋਸ਼ਿਸ਼ ਕਰਾਂਗੀ ਜੋ ਪੰਥ ਦੇ ਵਿੱਚ ਅੱਜ ਦੇ ਸਮੇਂ 'ਚ ਕਰੰਟ ਇਸ਼ੂਜ਼ ਸਾਹਮਣੇ ਆ ਰਹੇ ਨੇ। ਬਹੁਤ ਸਾਰੀਆਂ ਘਟਨਾਵਾਂ ਪਿਛਲੇ ਦਿਨੀ ਵਾਪਰੀਆਂ ਨੇ, ਇਹਨਾਂ ਉੱਤੇ ਗੱਲ ਕਰਨੀ ਜ਼ਰੂਰੀ ਬਣਦੀ ਹੈ। ਜਦੋਂ ਇਹਨਾਂ ਮਸਲਿਆਂ ਨੂੰ ਅਸੀਂ ਦੇਖਦੇ ਹਾਂ ਤਾਂ ਸਾਨੂੰ ਸਮਝ ਆਉਂਦੀ ਹੈ ਕਿ ਗੁਰੂ ਨਾਨਕ ਸਾਹਿਬ ਨੇ ਤੇ ਬਾਕੀ ਗੁਰੂ ਸਾਹਿਬਾਨ ਨੇ ਸਾਡੀ ਘਾੜਤ ਇਹੋ ਜਿਹੀ ਨਹੀਂ ਸੀ ਘੜੀ ਜਿਹੋ ਜਿਹੇ ਅੱਜ ਦੇ ਸਿੱਖ ਦਿਖਾਈ ਦੇ ਰਹੇ ਨੇ। ਪਹਿਲੀ ਗੱਲ ਤਾਂ ਇਹ ਯਾਦ ਰੱਖੀਏ ਕਿ ਜਿਹੜਾ ਧਰਮ ਹੈ ਨਾ, ਉਹ ਮਨ ਦਾ ਵਿਸ਼ਾ ਹੈ, ਸਰੀਰ ਦਾ ਨਹੀਂ। ਪਰ ਅਸੀਂ ਉਹਨੂੰ ਸਰੀਰ ਦਾ ਵਿਸ਼ਾ ਬਣਾ ਲਿਆ ਹੋਇਆ ਹੈ। ਅਸੀਂ ਸਿਰਫ ਉੱਪਰਲੀ ਰਹਿਤ ਨੂੰ, ਕਕਾਰਾਂ ਨੂੰ, ਕੇਸਾਂ ਨੂੰ, ਕਸ਼ਹਿਰੇ ਨੂੰ, ਕੰਗੇ ਨੂੰ, ਕੜੇ ਨੂੰ ਦੇਖ ਕੇ ਹੀ ਬੰਦੇ ਦੀ ਸਿੱਖੀ ਦਾ, ਧਰਮ ਦਾ ਅਨੁਮਾਨ ਲਗਾ ਲੈਂਦੇ ਹਾਂ। ਪਰ ਅਸਲ ਦੇ ਵਿੱਚ ਸੁਭਾਅ ਦੀ ਘਾੜਤ ਘੜਨ ਦੇ ਵਿੱਚ ਉਮਰ ਬੀਤ ਜਾਂਦੀ ਹੈ। ਇਹ ਉੱਪਰਲੀ ਰਹਿਤ ਬਣਾਉਣ ਦੇ ਲਈ ਤਾਂ ਬਹੁਤ ਥੋੜਾ ਸਮਾਂ ਲੱਗਦਾ ਹੈ ਤੇ ਬਹੁਤ ਸਾਰੇ ਭੇਖੀ ਲੋਕ ਇਸੇ ਕਰਕੇ ਸਾਨੂੰ ਅੱਜ ਤੱਕ ਲੁੱਟ ਰਹੇ ਨੇ ਤੇ ਸਦੀਆਂ ਤੋਂ ਲੁੱਟਦੇ ਆਏ ਨੇ, ਜਿਨ੍ਹਾਂ ਨੇ ਸਿਰਫ ਬਾਣਾ ਪਾਇਆ ਪਰ ਕਾਰੇ ਅਬਦਾਲੀ ਤੋਂ ਵੀ ਮਾੜੇ ਨੇ। ਸਿੱਖਾਂ ਦੇ ਜੋ ਅੱਜ ਦੇ ਲੀਡਰ ਨੇ, ਉਹਨਾਂ ਦੇ ਫੈਸਲਿਆਂ ਨੂੰ ਦੇਖ ਕੇ ਵੀ ਇਹ ਲੱਗਦਾ ਹੈ ਕਿ ਗੁਰੂ ਪਾਤਸ਼ਾਹ ਨੇ ਤਾਂ ਸਾਨੂੰ ਗਿਆਨ ਦੇ ਲੜ ਲਾਇਆ ਸੀ, ਸਿਆਣੇ ਸੂਝਵਾਨ ਬਣਾਉਣ ਦੇ ਉਪਰਾਲੇ ਕੀਤੇ ਸੀ, ਪਰ ਇਹਨਾਂ ਦੇ ਫੈਸਲੇ ਇਸ ਤਰ੍ਹਾਂ ਦੇ ਨੇ ਕਿ ਇਹਨਾਂ ਤੇ ਹਾਸਾ ਆਉਂਦਾ ਹੈ। ਇੱਕ ਅਜਿਹੀ ਕੌਮ ਸਾਜੀ ਸੀ ਮੇਰੇ ਸਤਿਗੁਰੂ ਨੇ, ਜਿਹੜੀ ਬਹੁਤ ਇੰਟੈਲੈਕਚੁਅਲ ਬਣ ਸਕਦੀ ਸੀ, ਪਰ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ, ਉਸ ਗਿਆਨ ਦੇ ਸੋਮੇ ਨੂੰ ਰੁਮਾਲਿਆਂ 'ਚ ਲਪੇਟ ਦਿੱਤਾ, ਰਜਾਈਆਂ ਦੇ ਦਿੱਤੀਆਂ, ਪੱਖੇ ਏਸੀ ਚਲਾ ਦਿੱਤੇ, ਪਰ ਉਹਦੇ ਤੋਂ ਸਿੱਖਿਆ ਕੁਛ ਨਹੀਂ, ਸਿਰਫ ਪੂਜਿਆ, ਉਹਨੂੰ ਪੜ੍ਹਿਆ ਨਹੀਂ, ਸਮਝਿਆ ਨਹੀਂ। ਇਸੇ ਕਰਕੇ ਅੱਜ ਸਾਡੀ ਇਹ ਹਾਲਤ ਨਜ਼ਰ ਆਉਂਦੀ ਹੈ। ਪਿਛਲੇ ਦਿਨੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਹੁਤ ਸਾਰੇ ਸਰੂਪ ਨੇ ਜਿਹੜੇ ਉਹਨਾਂ ਦੇ ਗਾਇਬ ਹੋਣ ਦੀਆਂ ਖਬਰਾਂ ਮਿਲੀਆਂ, ਪਰ ਉਹਨਾਂ ਦੇ ਦੋਸ਼ੀਆਂ ਨੂੰ ਜੋ ਮੁੱਖ ਪੁਜਾਰੀ ਹੈ, ਉਹ ਜਦੋਂ ਸਜ਼ਾ ਦੇ ਰਿਹਾ ਹੈ ਨਾ, ਤਾਂ ਸਾਫ਼ ਪਤਾ ਲੱਗਦਾ ਹੈ ਕਿ ਕਿਸ ਤਰ੍ਹਾਂ ਇਹ ਸਾਰਾ ਕੁਝ ਬਿਲਕੁਲ ਇੱਕ ਸਕ੍ਰਿਪਟ ਜਿਵੇਂ ਲਿਖ ਕੇ ਨਾ ਉਹਦੇ ਉੱਪਰ ਫਿਲਮ ਬਣਾਈ ਜਾਂਦੀ ਹੈ, ਉਸੇ ਤਰ੍ਹਾਂ ਨਜ਼ਰ ਆ ਰਿਹਾ ਸੀ। ਕਿ ਜਿਹੜੀਆਂ ਬੀਬੀਆਂ ਘਰਾਂ ਦੇ ਵਿੱਚ ਭਾਂਡੇ ਮਾਂਜਦੀਆਂ ਨੇ, ਰੋਟੀ ਬਣਾਉਂਦੀਆਂ ਨੇ, ਬੱਚੇ ਪਾਲਦੀਆਂ ਨੇ, ਕਿ ਸਾਰੀ ਉਮਰ ਉਹ ਸਜ਼ਾ ਕੱਟ ਰਹੀਆਂ ਨੇ, ਕਿਉਂਕਿ ਇਹਨਾਂ ਨੂੰ ਤਾਂ ਇਹੀ ਸਜ਼ਾ ਦਿੱਤੀ ਹੈ ਮੁੱਖ ਪੁਜਾਰੀ ਜੀ ਨੇ ਕਿ ਗੁਰਦੁਆਰੇ 'ਚ ਸੇਵਾ ਕਰ ਲਓ, ਪਾਠ ਕਰਾ ਲਓ, ਦੇਗ ਕਰਾ ਲਓ। ਜੇ ਸਾਰੀ ਸੰਗਤ ਜੋ ਇਹ ਸੇਵਾ ਕਰਦੀ ਹੈ ਕਿ ਉਹ ਸਜ਼ਾ ਦੀ ਭਾਗੀਦਾਰੀ ਹੈ। ਤੇ ਦੂਜੇ ਪਾਸੇ ਜਿਹੜੀ ਸੰਗਤ ਜਾਂ ਜਿਹੜੇ ਲੋਕ ਉੱਥੇ ਆਏ ਰੋਸ ਪ੍ਰਗਟ ਕਰਨ ਦੇ ਲਈ, ਤੇ ਉਹਨਾਂ ਦੇ ਉੱਪਰ ਇਹਨਾਂ ਦੇ ਗੁੰਡੇ ਅਨਸਰਾਂ ਵੱਲੋਂ ਡਾਂਗਾਂ ਵਰਾਈਆਂ ਗਈਆਂ, ਲਹੂ ਲਹਾਨ ਕੀਤਾ ਗਿਆ। ਪਹਿਲੀ ਗੱਲ ਤਾਂ ਆਉਣਾ ਵੀ ਗਲਤ ਸੀ। ਉੱਥੇ ਧਰਨੇ ਲਾ ਕੇ ਕੀ ਖੱਟਾਂਗੇ, ਅੱਗੇ ਕੀ ਖੱਟਿਆ, ਪਰ ਜੋ ਉਹਨਾਂ ਦੀ ਹਾਲਤ ਕੀਤੀ ਗਈ ਉਹਨੂੰ ਦੇਖ ਕੇ ਲੱਗਦਾ ਕਿ ਸਾਡੇ ਜੋ ਅਖੌਤੀ ਜਥੇਦਾਰ ਨੇ, ਜੋ ਪੁਜਾਰੀ ਲੋਕ ਨੇ, ਜੋ ਇਹਨਾਂ ਤਖਤਾਂ ਤੇ ਕਾਬਜ ਨੇ, ਕਿ ਉਹ ਵਿਚਾਰ ਕਰਨ ਦੇ ਕਾਬਲ ਹੈ ਕਿ ਜਾਂ ਕੁਝ ਸੁਣਨਾ ਪਸੰਦ ਕਰਦੇ ਨੇ। ਭਾਈ ਸਾਹਿਬ ਰਣਜੀਤ ਸਿੰਘ ਜੀ ਨੂੰ ਢੱਡਰੀਆਂ ਵਾਲਿਆਂ ਨੂੰ ਕਿਹਾ ਗਿਆ ਸੀ ਕਿ ਤੁਸੀਂ ਕਮੇਟੀ ਦੇ ਪੇਸ਼ ਹੋਵੋ। ਉਹ ਕਹਿੰਦੇ ਸੀ ਅੱਜ ਵਿਚਾਰ ਦਾ ਯੁੱਗ ਆ, ਮੀਡੀਆ ਦਾ ਯੁੱਗ ਹੈ, ਤੁਸੀਂ ਟੀਵੀ ਦੇ ਸਾਹਮਣੇ ਬਹਿ ਕੇ ਵਿਚਾਰਾਂ ਕਰ ਲਓ, ਮੇਰੀਆਂ ਗੱਲਾਂ ਦੇ ਜਵਾਬ ਦੇ ਦਿਓ, ਮੈਂ ਤੁਹਾਡੀਆਂ ਗੱਲਾਂ ਦੇ ਦਿਆਂਗਾ। ਪਰ ਇਸ ਜਥੇਦਾਰ ਵੱਲੋਂ ਪਿਛਲੇ ਦਿਨੀ ਇੱਕ ਬਿਆਨ ਜਾਰੀ ਕੀਤਾ ਗਿਆ, ਸਟੇਜ ਤੇ ਜੋ ਬੋਲਿਆ ਗਿਆ, ਸੋਸ਼ਲ ਮੀਡੀਆ ਤੇ ਵਾਇਰਲ ਹੋਇਆ। ਕੀ ਸੀ ਕਿ ਜੇ ਅੱਜ ਦੇ ਸਮੇਂ 'ਚ ਵੀ ਪੁਰਾਣੇ ਸਮੇਂ ਵਾਂਗ ਅਕਾਲ ਤਖਤ ਦੇ ਕੋਲ ਉਹ ਸ਼ਕਤੀ ਹੁੰਦੀ, ਪਾਵਰ ਹੁੰਦੀ ਨਾ, ਤਾਂ ਅਸੀਂ ਕਮੇਟੀਆਂ ਨਹੀਂ ਸੀ ਬਣਾਉਣੀਆਂ, ਅਸੀਂ ਇਹਨਾਂ ਲੋਕਾਂ ਨੂੰ ਜੀਪਾਂ ਦੇ ਪਿੱਛੇ ਬੰਨ ਕੇ ਘੜੀਸ ਕੇ ਲੈ ਕੇ ਆਉਣਾ ਸੀ। ਹੱਦ ਹੋ ਗਈ। ਨੌਜਵਾਨਾਂ ਨੂੰ ਵੰਗਾਰ ਰਿਹਾ ਹੈ, ਮਿਸਗਾਈਡ ਕਰ ਰਿਹਾ ਹੈ ਇਹ ਸਾਡਾ ਪੁਜਾਰੀ ਲਾਣਾ, ਕਿਉਂਕਿ ਇਹਨਾਂ ਨੂੰ ਦਿਸ ਰਿਹਾ ਕਿ ਲੋਕ ਸਿਆਣੇ ਹੁੰਦੇ ਜਾ ਰਹੇ ਨੇ, ਨੌਜਵਾਨ ਜਾਗ ਰਹੇ ਨੇ, ਇਹਨਾਂ ਦੀਆਂ ਸੰਪਰਦਾਇ ਸੋਚਾਂ
ਇਹਨਾਂ ਦੇ ਕਿਰਾਏ ਦੇ ਪਾਠ, ਇਹਨਾਂ ਦੀਆਂ ਇਕੋਤਰੀਆਂ ਚਕੋਤਰੀਆਂ, ਇਹਨਾਂ ਦਾ ਚੜਾਵਾ ਹੁਣ ਬਹੁਤੀ ਦੇਰ ਚੱਲਣਾ ਨਹੀਂ। ਇਸ ਕਰਕੇ ਉਹਨਾਂ ਨੂੰ ਵਰਗਲਾਇਆ ਜਾ ਰਿਹਾ ਹੈ। ਜਿਹੜੇ ਲਵ ਕੁਸ਼ ਦੀ ਔਲਾਦ ਸਾਨੂੰ ਦੱਸਦੇ ਨੇ, ਜਿਹੜੇ ਕਹਿ ਰਹੇ ਨੇ ਕਿ ਕਸ਼ਹਿਰਾ ਹਨੂਮਾਨ ਤੋਂ ਮਿਲਿਆ, ਜਿਹੜੇ ਮਾਈ ਭਾਗ ਕੌਰ ਨੂੰ ਗੁਰੂ ਗੋਬਿੰਦ ਸਿੰਘ ਜੀ ਨਾਲ ਨੰਗੀ ਕਰਕੇ ਤੋਰ ਰਹੇ ਨੇ, ਉਹਨਾਂ ਗ੍ਰੰਥਾਂ ਨੂੰ, ਉਹਨਾਂ ਪ੍ਰਚਾਰਕਾਂ ਨੂੰ ਕੁਝ ਨਹੀਂ ਕਿਹਾ ਜਾਂਦਾ, ਬਲਕਿ ਬਹੁਤ ਸਾਰੇ ਘਟੀਆ ਕਿਸਮ ਦੇ ਫੇਸਬੁੱਕ ਗਰੁੱਪ ਚਲਾਉਣ ਵਾਲੇ ਅਖੌਤੀ ਸੰਪਰਦਾਈ ਨੌਜਵਾਨ ਸਿੱਖਾਂ ਦੇ ਨਾਲ ਇਹ ਜਥੇਦਾਰ ਬਹਿ ਕੇ ਫੋਟੋਆਂ ਖਿਚਾਉਂਦਾ ਹੈ। ਇਹਦਾ ਮਤਲਬ ਹੈ ਉਹਨਾਂ ਦਾ ਸਾਥੀ ਹੈ। ਇਹਨੂੰ ਅਕਾਲੀ ਫੂਲਾ ਸਿੰਘ ਦਾ ਅਵਾਰਡ ਦੇ ਕੇ ਅਗਲਿਆਂ ਨੇ ਹੋਰ ਕੰਮ ਲਿਆ ਤੇ ਇਹੋ ਜਿਹੇ ਬਿਆਨ ਉਹ ਤੋਂ ਜਾਰੀ ਕਰਵਾਏ ਨੇ। ਜਦੋਂ ਇਹ ਜਥੇਦਾਰ ਆਉਂਦੇ ਨੇ ਨਾ, ਸਰੋਪੇ ਦਿੱਤੇ ਜਾਂਦੇ ਨੇ, ਪਰ ਜਦੋਂ ਇਹਨਾਂ ਨੂੰ ਤੋਰਿਆ ਜਾਂਦਾ ਹੈ ਤਾਂ ਉਸ ਵੇਲੇ ਪਤਾ ਹੀ ਨਹੀਂ ਲੱਗਦਾ ਕਿ ਕਿੱਥੋਂ ਆਏ ਸੀ ਤੇ ਕਿੱਥੇ ਚਲੇ ਗਏ। ਸੋ ਆਓ ਆਪਾਂ ਇਹਨਾਂ ਤੋਂ ਸਾਵਧਾਨ ਰਹੀਏ, ਸਮਝੀਏ, ਵਿਚਾਰੀਏ ਕਿ ਜਿਹੋ ਜਿਹਾ ਧਰਮ ਜਾਂ ਜਿਹੋ ਜਿਹੀ ਸੋਚ ਸਾਡੇ ਗੁਰੂ ਸਾਹਿਬਾਨ ਨੇ ਦਿੱਤੀ ਸੀ, ਉਹ ਅੱਜ ਇਹਨਾਂ ਲੋਕਾਂ ਦੇ ਕੋਲੋਂ ਸਾਨੂੰ ਬਿਲਕੁਲ ਹੀ ਮਿਲ ਰਹੀ। ਸਿੱਖਾਂ ਦੇ ਬੱਚੇ ਸਿਆਣੇ ਹੋਣੇ ਚਾਹੀਦੇ ਸੀ, ਯੂਨੀਵਰਸਿਟੀਆਂ, ਕਾਲਜ ਖੁੱਲਣੇ ਚਾਹੀਦੇ ਸੀ, ਪਰ ਇੱਥੇ ਧੜਾ ਧੜ ਸਿਰਫ ਪੂਜਾ ਦੇ ਕੇਂਦਰ ਬਣ ਰਹੇ ਨੇ। ਸਿਆਣਪ ਖੰਭ ਲਾ ਕੇ ਉੱਡ ਗਈ ਹੈ। ਸਾਡੇ ਲੋਕ ਇਹਨਾਂ ਅਖੌਤੀ ਪੁਜਾਰੀਆਂ ਦੇ ਪੈਰਾਂ ਦਾ ਧੋਣ ਪੀ ਰਹੇ ਨੇ। ਪਾਲਾ ਸਿੰਘ ਵਰਗੇ ਨਿਹੰਗ ਨੇ ਗਾਂ ਦਾ ਪਿਸ਼ਾਬ ਤੱਕ ਪੀਣ ਲਾ ਦਿੱਤੇ। ਗੁਰੂ ਦੇ ਸਿੱਖ ਜੋ ਕਕਾਰ ਪਹਿਨੀ ਨਜ਼ਰ ਆਉਂਦੇ ਨੇ, ਕਿ ਜਥੇਦਾਰਾਂ ਨੂੰ, ਇਹਨਾਂ ਪੁਜਾਰੀਆਂ ਨੂੰ ਕੁਝ ਨਹੀਂ ਦਿਸਦਾ? ਜਿਹੜੇ ਗੁਰਮਤ ਦੀ ਗੱਲ ਕਰਦੇ ਨੇ, ਸਿਆਣੇ ਵਿਚਾਰਵਾਨ ਸਿੱਖ ਨੇ, ਬਜ਼ੁਰਗ ਨੇ, ਨੌਜਵਾਨ ਨੇ, ਉਹਨਾਂ ਨੂੰ ਪੰਥ ਚੋਂ ਛੇਕਿਆ ਜਾ ਰਿਹਾ ਹੈ ਤੇ ਅਜਿਹੇ ਲੋਕਾਂ ਦੇ ਨਾਲ ਬਹਿ ਕੇ ਇੱਕੋ ਥਾਲੀ ਦੇ ਵਿੱਚੋਂ ਖਾਧਾ ਜਾ ਰਿਹਾ ਹੈ। ਫਿਰ ਪਤਾ ਲੱਗਦਾ ਹੈ ਕਿ ਇਹ ਕਿਹਦਾ ਪੱਖ ਪੂਰਨ ਵਾਲੇ ਨੇ। ਕੀ ਤੁਸੀਂ ਸਾਰੇ ਇਹ ਚਾਹੁੰਦੇ ਹੋ ਕਿ ਸਿੱਖ ਦੁਨੀਆ ਦੇ ਕਿਸੇ ਵੀ ਹਿੱਸੇ 'ਚ ਵਸਣ ਤਾਂ ਕੁਲਦੀਪ ਸਿੰਘ ਸੰਧੂ ਵਰਗਾ ਅਕਸ ਦੁਨੀਆ ਦੇ ਸਾਹਮਣੇ ਲੈ ਕੇ ਆਉਣ? ਪਹਿਲਾਂ ਵੀ ਉਹਦੀਆਂ ਬਹੁਤ ਸਾਰੀਆਂ ਵੀਡੀਓ ਗਾਲਾਂ ਕੱਢਦਿਆਂ ਦੀਆਂ ਦੁਨੀਆ ਦੇ ਸਾਹਮਣੇ ਆਈਆਂ ਨੇ। ਬੀਬੀਆਂ ਨੂੰ ਇੱਥੋਂ ਤੱਕ ਕਹਿ ਦੇਣਾ ਕਿ ਦਰਬਾਰ ਸਾਹਿਬ ਦੇ ਵਿੱਚ ਇਹਨਾਂ ਨੂੰ ਕੀਰਤਨ ਕਰਨ ਕਿਵੇਂ ਦੇ ਦਈਏ, ਇਹ ਤਾਂ ਉੱਥੇ ਰਾਗੀਆਂ ਦੇ ਨਾਲ ਬਹਿ ਕੇ ਅੱਖ ਮਟਕਾ ਕਰਦੀਆਂ ਨੇ। ਤੇ ਅੱਜ ਫੇਰ ਉਹਦੀ ਹੁਣ ਵੀਡੀਓ ਵਾਇਰਲ ਹੋਈ ਹੈ, ਜਿਹਦੇ 'ਚ ਉਹਨੇ ਆਪਣੀ ਕਿਰਪਾਨ ਦੇ ਨਾਲ ਇੱਕ ਹੋਰ ਨੌਜਵਾਨ ਤੇ ਵੀਰ ਤੇ ਹਮਲਾ ਕੀਤਾ ਤੇ ਅੱਜ ਉਹਦੇ ਨਾਂ ਤੇ ਹੁਣ ਉਗਰਾਹੀਆਂ ਵੀ ਸ਼ੁਰੂ ਹੋ ਗਈਆਂ। ਕਹਿੰਦੇ ਉਹ ਤਾਂ ਸਿੱਖ ਹੀ ਬੜਾ ਪੱਕਾ ਹੈ, ਉਹਦੀ ਦਸਤਾਰ ਲਾ ਦਿੱਤੀ, ਹੱਦ ਹੋ ਗਈ। ਮਤਲਬ ਇਸ ਤਰ੍ਹਾਂ ਹੀ ਗਲਤੀਆਂ ਤੇ ਪਰਦੇ ਪਾਏ ਜਾਣਗੇ। ਇੱਥੇ ਧਰਮ ਦੀ ਗੱਲ ਆ ਕਿੱਥੋਂ ਗਈ? ਇੱਥੇ ਗੱਲ ਇਹ ਸੀ ਕਿ ਅਸੀਂ ਗੁੰਡਾਗਰਦੀ ਨਹੀਂ ਕਰਨੀ, ਆਪਣੇ ਨੌਜਵਾਨਾਂ ਨੂੰ ਅਸੀਂ ਕੀ ਬਣਾਉਣਾ ਹੈ, ਕਿਹੋ ਜਿਹੀ ਸੋਚ ਦੇਣੀ ਹੈ, ਇਹ ਸਾਡੇ ਤੇ ਨਿਰਭਰ ਕਰਦਾ ਹੈ। ਆਓ ਆਪਣੇ ਘਰਾਂ ਦੇ ਮਾਹੌਲ ਨੂੰ ਬਦਲੀਏ, ਸਿਆਣੇ ਬਣੀਏ, ਸੂਝਵਾਨ ਬਣੀਏ। ਜੋ ਆਲੇ ਦੁਆਲੇ ਸਾਨੂੰ ਦਿੱਤਾ ਜਾ ਰਿਹਾ ਹੈ, ਸਮਝ ਲਓ ਚੰਗੀ ਤਰ੍ਹਾਂ, ਇਹ ਗੁਰੂ ਨਾਨਕ ਸਾਹਿਬ ਜੀ ਦਾ ਫਲਸਫਾ, ਉਹਨਾਂ ਦੀ ਵਿਚਾਰਧਾਰਾ ਬਿਲਕੁਲ ਨਹੀਂ। ਇਹ ਸਿੱਖੀ ਕੁਝ ਹੋਰ ਹੀ ਹੈ। ਸੱਚਮੁੱਚ ਇਹ ਸੂਰਜ ਪ੍ਰਕਾਸ਼ ਦੀ ਸਿੱਖੀ ਤਾਂ ਹੋ ਸਕਦੀ ਹੈ, ਇਹ ਗੁਰੂ ਗ੍ਰੰਥ ਸਾਹਿਬ ਦੀ ਨਹੀਂ। ਜਿਹੜੇ ਬਾਰ-ਬਾਰ ਕਹਿੰਦੇ ਨੇ ਕਿ ਅਸੀਂ ਤਾਂ ਵਿਚਾਰ ਕਰਨੀ ਹੈ ਤੁਹਾਡੇ ਨਾਲ। ਸਤਿਕਾਰਯੋਗ ਬਾਪੂ ਜੀ ਘੱਗਾ ਜੀ ਦੇ ਉੱਪਰ ਜਿੰਨੇ ਵੀ ਹਮਲੇ ਹੋਏ ਨੇ, ਉਹਨਾਂ ਤੋਂ ਪਹਿਲਾਂ ਉਹਨਾਂ ਸਾਰੇ ਗੁੰਡੇ ਅਨਸਰਾਂ ਨੇ ਵਿਚਾਰ ਕਰਨ ਦੀ ਹੀ ਦੁਹਾਈ ਪਾਈ ਸੀ। ਵਿਚਾਰ ਦੇ ਨਾਂ ਦੇ ਉੱਪਰ ਹੀ ਘਰ ਆ ਕੇ ਉਹਨਾਂ ਨੌਜਵਾਨਾਂ ਨੇ ਜੋ ਸਿੱਖੇ ਸਿਖਾਏ ਆਏ ਸੀ, ਉਹਨਾਂ ਨੇ ਹਮਲਾ ਕੀਤਾ ਤੇ ਨੱਕ ਦੀ ਹੱਡੀ ਤੋੜੀ। ਆਪਣੇ ਆਪ ਨੂੰ ਬਾਣੀ ਪੜ੍ਹਨ ਵਾਲੇ, ਸਿਮਰਨ ਕਰਨ ਵਾਲੇ, ਕਹਾਉਣ ਵਾਲੇ ਕਕਾਰਧਾਰੀ ਸਿੱਖਾਂ ਦੀ ਅੱਜ ਇਹ ਹਾਲਤ ਹੋਈ ਪਈ ਹੈ ਕਿ ਇਹਨਾਂ ਤੇ ਵਿਸ਼ਵਾਸ ਕਰਨਾ ਮੁਸ਼ਕਿਲ ਹੋ ਗਿਆ ਕਿ ਪਤਾ ਨਹੀਂ ਕਿਹੜੇ ਵੇਲੇ ਇਹ ਕੀ ਕਰ ਬੈਠਣ। ਸੋ ਬਹੁਤ ਜ਼ਰੂਰੀ ਹੈ ਆਪਣੇ ਆਪ ਨੂੰ ਸੰਭਾਲੀਏ, ਸਮੇਂ ਦੇ ਹਾਣੀ ਬਣੀਏ, ਆਪਣੀ ਬੋਲੀ ਨੂੰ ਸੰਭਾਲੀਏ, ਆਪਣੇ ਆਪ ਨੂੰ ਸੰਭਾਲੀਏ, ਕਿਰਦਾਰ ਨੂੰ ਘੜੀਏ। ਕਕਾਰ ਬਾਅਦ ਦੇ ਵਿੱਚ, ਪਹਿਲਾਂ ਗੁਣਾਂ ਨੂੰ ਧਾਰਨ ਕਰਨਾ, ਸਿਆਣੇ ਬਣਨਾ ਜ਼ਰੂਰੀ ਹੈ। ਸਵਾਲ ਤਾਂ ਮੁੱਖ ਪੁਜਾਰੀ ਜੀ ਬਹੁਤ ਸਮੇਂ ਤੋਂ ਉੱਠ ਰਹੇ ਨੇ ਤੁਹਾਡੀਆਂ ਇਹਨਾਂ ਰਹੁ ਰੀਤਾਂ ਦੇ ਉੱਪਰ। ਤੁਸੀਂ PhD ਹੋ, ਪੜ੍ਹੇ ਲਿਖੇ ਸੀ, ਤੁਹਾਡੇ ਤੋਂ ਆਸਾਂ ਸੀਗੀਆਂ, ਪਰ ਜੇ ਪੜ੍ਹਾਈ ਕਰਕੇ ਵੀ ਕਾਮਨ ਸੈਂਸ ਨਾਂ ਦੀ ਕੋਈ ਚੀਜ਼ ਹੀ ਅੰਦਰ ਨਾ ਹੋਵੇ ਤਾਂ ਉਸ ਪੜ੍ਹਾਈ ਦਾ ਕਰਨਾ ਵੀ ਕੀ ਹੈ? ਅੱਜ ਤਾਂ ਸ਼ੱਕ ਹੋਣ ਲੱਗ ਪਿਆ ਇਹਨਾਂ ਪੜ੍ਹਿਆਂ ਲਿਖਿਆਂ ਦੇ ਉੱਪਰ।
ਜਿਨ੍ਹਾਂ ਨੇ ਆਪਣੀ ਕੌਮ ਨੂੰ ਹੀ ਢੱਠੇ ਖੂਹ ਦੇ ਵਿੱਚ ਸੁੱਟਣ ਦਾ ਫੈਸਲਾ ਕਰ ਲਿਆ ਹੋਇਆ, ਤਹਈਆ ਕਰ ਲਿਆ ਹੋਇਆ। ਦਰਸ਼ਨ ਸਿੰਘ ਅਵਾਰਾ ਦੀਆਂ ਲਿਖੀਆਂ ਹੋਈਆਂ ਕੁਝ ਲਾਈਨਾਂ ਜੋ ਉਹਨਾਂ ਦੇ ਸਵਾਲ ਸੀ ਉਸ ਵੇਲੇ ਮੈਨੂੰ ਯਾਦ ਆ ਗਏ ਨੇ, ਜਿਸ ਕਰਕੇ ਉਹਨਾਂ ਨੂੰ ਵੀ 1940 ਤੋਂ ਪਹਿਲਾਂ ਹੀ ਛੇਕ ਦਿੱਤਾ ਗਿਆ ਸੀ। ਉਹਨੇ ਕਿਹਾ, ਤੂੰ ਤੱਕ ਤਾਂ ਸਹੀ ਆ ਕੇ ਅੱਜ ਗੁਰਦੁਆਰੇ, ਪਖੰਡ ਉੱਥੇ ਕੀ ਗਰਜਾਂ ਖਿਲਾਰੇ, ਵਿਆਹ ਧਨ ਦੇ ਲਾਲਚ ਔਲਾਦਾਂ ਦੇ ਲਾਰੇ, ਸਵਰਗ ਮੁਕਤੀਆਂ ਹੋਰ ਲੱਖਾਂ ਪਸਾਰੇ, ਫਰਕ ਸਿਰਫ ਇੰਨਾ ਹੀ ਦਿੰਦਾ ਦਿਖਾਈ ਕਿ ਬ੍ਰਾਹਮਣ ਦੀ ਗੱਦੀ ਤੇ ਬੈਠਾ ਹੈ ਭਾਈ। ਫਰਕ ਸਿਰਫ ਇੰਨਾ ਹੀ ਦਿੰਦਾ ਦਿਖਾਈ ਕਿ ਬ੍ਰਾਹਮਣ ਦੀ ਗੱਦੀ ਤੇ ਬੈਠਾ ਹੈ ਭਾਈ। ਸੋ ਫਰਕ ਕੋਈ ਨਹੀਂ ਹੈ। ਉਹਨੇ ਇੱਥੋਂ ਤੱਕ ਕਿਹਾ, ਦਰਬਾਰ ਸਾਹਿਬ ਦੀ ਗੱਲ ਕੀਤੀ ਹੈ ਜਦੋਂ, ਕਹਿੰਦਾ ਇੱਕੋ ਸਰੋਵਰ ਦੇ ਵਿੱਚ ਹਰ ਕੀ ਪੌੜੀ ਬਣੀ ਹੈ, ਉਹਦੇ ਦੂਜੇ ਕੰਢੇ ਤੇ ਦੁੱਖ ਭੰਜਨੀ ਖੜੀ ਹੈ, ਕੋਈ ਕੰਧ ਵੀ ਵਿਚਾਲੇ ਨਹੀਂ ਬਣੀ ਹੈ, ਕੋਈ ਵੀ ਫਰਕ ਰੰਗੋਂ ਸਵਾਦੋਂ ਨਹੀਂ ਹੈ। ਤਾਂ ਫਿਰ ਇਹਦਾ ਅਸਰ ਹੋਰ ਹੈ ਤੇ ਉਹਦਾ ਅਸਰ ਹੋਰ ਹੈ। ਜੋ ਇਹ ਗੱਲ ਨਾ ਮੰਨੇ ਉਹ ਸਿੱਖੀ ਦਾ ਚੋਰ ਹੈ। ਹੱਦ ਹੋ ਗਈ। ਸਾਨੂੰ ਸਵਾਲ ਕਰਨ ਦਾ ਵੀ ਹੱਕ ਨਹੀਂ। ਮੇਰੇ ਗੁਰੂ ਨਾਨਕ ਸਾਹਿਬ ਨੇ ਤਾਂ 9 ਸਾਲ ਦੀ ਉਮਰ ਦੇ ਵਿੱਚ ਸਾਨੂੰ ਖੁਦ ਮੁਖਤਿਆਰੀ ਦਾ ਹੱਕ ਦੇ ਦਿੱਤਾ ਸੀ, ਜਦੋਂ ਜਨੇਊ ਦੇ ਉੱਪਰ ਸਵਾਲ ਖੜਾ ਕਰ ਦਿੱਤਾ ਸੀ। ਅੱਜ ਸਾਡੀਆਂ ਜ਼ੁਬਾਨਾਂ ਬੰਦ ਕੀਤੀਆਂ ਜਾ ਰਹੀਆਂ ਨੇ, ਧਮਕੀਆਂ ਮਿਲ ਰਹੀਆਂ ਨੇ, ਪੰਥ ਚੋਂ ਛੇਕਣ ਦੇ ਤੇ ਹਮਲੇ ਕਰਨ ਦੇ, ਜਾਨੋਂ ਮਾਰਨ ਦੇ ਜਿਹੜੇ ਮਨਸੂਬੇ ਨੇ ਉਹ ਬਣਾਏ ਜਾ ਰਹੇ ਨੇ, ਪਰ ਇਸ ਆਵਾਜ਼ ਨੂੰ ਹੁਣ ਦਬਾ ਨਹੀਂ ਸਕੋਗੇ। ਦੁਨੀਆ ਜਾਗ ਰਹੀ ਹੈ, ਜ਼ਮਾਨਾ ਸੋਸ਼ਲ ਮੀਡੀਆ ਦਾ ਹੈ। ਇਹ ਸਾਰੀਆਂ ਜੋ ਗੱਲਾਂ ਬਾਤਾਂ ਨੇ, ਇਹ ਸੋਚ ਹੈ, ਉਹ ਘਰ ਘਰ ਪਹੁੰਚ ਕੇ ਰਹੇਗੀ। ਨਵੀਂ ਰੋਸ਼ਨੀ ਆ ਕੇ ਹਟੇਗੀ, ਹਨੇਰੇ ਨੂੰ ਦੂਰ ਹੋਣਾ ਪਏਗਾ ਤੇ ਚਾਨਣ ਇੱਥੇ ਆ ਕੇ ਰਹੇਗਾ। ਸੋ ਆਓ, ਮੈਂ ਆਪਣੇ ਵੀਰਾਂ ਭੈਣਾਂ ਨੂੰ ਵੀ ਬੇਨਤੀ ਕਰਾਂਗੀ ਕਿ ਇਹ ਯਾਦ ਰੱਖਿਓ, ਅੱਜ ਜਿਨ੍ਹਾਂ ਨੂੰ ਪੰਥ ਚੋਂ ਛੇਕਿਆ ਜਾ ਰਿਹਾ ਜਾਂ ਪਹਿਲਾਂ ਛੇਕਿਆ ਗਿਆ ਸੀ, ਜਿਨ੍ਹਾਂ ਨੂੰ ਪੰਥ ਚੋਂ ਬਾਹਰ ਕੀਤਾ ਇਹਨਾਂ ਲੋਕਾਂ ਨੇ, ਅਸਲ ਦੇ ਵਿੱਚ ਉਹ ਸਨਮਾਨ ਦੇ ਪਾਤਰ ਨੇ, ਉਹੀ ਸਿਆਣੇ ਚਿੰਤਕ ਨੇ। ਇਸੇ ਕਰਕੇ ਇਹਨਾਂ ਸ਼੍ਰੀ ਚੰਦੀਆਂ ਨੇ ਉਹਨਾਂ ਨੂੰ ਛੇਕਿਆ, ਕਿਉਂਕਿ ਉਹ ਇਹਨਾਂ ਦੀ ਸੋਚ ਨਾਲ ਸਹਿਮਤ ਨਹੀਂ। ਉਹ ਗੁਰੂ ਨਾਨਕ ਪਾਤਸ਼ਾਹ ਦੇ ਦਰਸਾਏ ਰਾਹ ਤੇ ਚੱਲਣ ਵਾਲੇ ਨੇ। ਤੇ ਜਿਨ੍ਹਾਂ ਨੂੰ ਸਨਮਾਨ ਦਿੱਤਾ ਜਾਂਦਾ, ਫਖਰੇ ਕੌਮ ਦਾ ਖਿਤਾਬ ਦਿੱਤਾ ਜਾਂਦਾ ਜਾਂ ਹੋਰ ਇਹੋ ਜਿਹੇ ਸਨਮਾਨ, ਉਹ ਅਸਲ ਦੇ ਵਿੱਚ ਸਿੱਖੀ ਦਾ ਘਾਣ ਕਰਨ ਵਾਲੇ ਨੇ, ਤਿਰਸਕਾਰ ਦੇ ਪਾਤਰ ਨੇ। ਸੋ ਮਾਣ ਅਸੀਂ ਉਹਨਾਂ ਦਾ ਕਰਨਾ ਹੈ ਜਿਨ੍ਹਾਂ ਨੂੰ ਇਹਨਾਂ ਨੇ ਛੇਕ ਦਿੱਤਾ ਹੋਇਆ ਹੈ, ਉਹੀ ਵਧੀਆ ਸਿੱਖ ਨੇ। ਉਹਨਾਂ ਦਾ ਸਤਿਕਾਰ ਕਰਨਾ ਹੈ, ਉਹਨਾਂ ਨੂੰ ਜੀਓ ਆਇਆ ਕਹਿਣਾ ਹੈ। ਕਿਤੇ ਇਹ ਨਾ ਹੋਵੇ 100-150 ਸਾਲ ਬਾਅਦ ਪਛਤਾਉਣਾ ਪਵੇ ਕਿ ਇਸ ਸਮੇਂ ਦੇ ਵਿੱਚ ਉਹਨਾਂ ਗੁਰਸਿੱਖ ਵੀਰਾਂ ਦਾ, ਬਜ਼ੁਰਗਾਂ ਦਾ ਜੇ ਅਸੀਂ ਸਾਥ ਦਿੱਤਾ ਹੁੰਦਾ ਤਾਂ ਸਾਨੂੰ ਪਛਤਾਉਣਾ ਨਾ ਪੈਂਦਾ। ਸਮੇਂ ਦੇ ਹਾਣੀ ਬਣੀਏ। ਬਹੁਤ ਬਹੁਤ ਧੰਨਵਾਦ ਜੀ। ਬਾਕੀ ਵਿਚਾਰਾਂ ਕਦੀ ਫੇਰ ਕਰਾਂਗੇ। ਤਤ ਗੁਰਮਤ ਗਿਆਨ ਟੀਵੀ ਨੂੰ ਇਸੇ ਤਰ੍ਹਾਂ ਸੁਣਦੇ ਰਹੋ ਤੇ ਲਾਈਕ ਤੇ ਸ਼ੇਅਰ ਵੀ ਕਰਿਆ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।